Dear students, welcome back. Dear students, today we will do our next sum from exercise number 5.2, class 8 math subject, and unit we are doing square and square root. So in previous video lecture we did one question that was about the tell the ones place digit of a square root of the following number. Means ਸਾਡੇ ਕੋਲ ਕੁਝ ਨੰਬਰ ਗਿਵਨ ਸਨ, ਉਹਨਾਂ ਨੰਬਰ ਦੇ ਸਕੁਅਰ ਰੂਟ ਦੇ ਵਿੱਚ ਜਦੋਂ ਅਸੀਂ ਉਹਦਾ ਸਕੁਅਰ ਰੂਟ ਫਾਈਂਡ ਕਰਦੇ ਹਾਂ ਤਾਂ ਇਹਨਾਂ ਗਿਵਨ ਨੰਬਰਸ ਦੇ ਵਿੱਚ ਉਹਨਾਂ ਦੀ ਵਨਸ ਪਲੇਸ ਤੇ ਜੋ ਆਨਸਰ ਆਏਗਾ ਉਸਦੀ ਵਨਸ ਪਲੇਸ ਤੇ ਕਿਹੜਾ ਡਿਜਿਟ ਹੋਏਗਾ, ਇਹ ਅਸੀਂ ਸਮ ਲਾਸਟ ਟਾਈਮ ਕੀਤਾ ਸੀ। तो डियर स्टूडेंट्स ਅੱਜ ਦਾ ਜੋ ਸਾਡਾ ਸੈਕਿੰਡ ਸਮ ਤੋਂ ਅਸੀਂ ਸਟਾਰਟ ਕਰਾਂਗੇ ਇਹ ਹੈ ਕਿ ਜੋ ਤੁਹਾਨੂੰ ਗਿਵਨ ਨੰਬਰ ਦਿੱਤੇ ਹਨ, ਇੱਥੇ ਗਿਵਨ ਨੰਬਰ ਹਨ ਉਹਨਾਂ ਦੇ ਵਿੱਚੋਂ ਕਿਹੜਾ ਨੰਬਰ ਪਰਫੈਕਟ ਸਕੁਅਰ ਨੰਬਰ ਨਹੀਂ ਹੋ ਸਕਦਾ। ਉਸ ਤੋਂ ਬਾਅਦ ਵਿੱਚੋਂ ਰਿਪੀਟਿਡ ਸਬਟ੍ਰੈਕਸ਼ਨ ਮੈਥਡ ਦੇ ਰਾਹੀਂ ਅਸੀਂ ਸਕੁਅਰ ਰੂਟ ਫਾਈਂਡ ਆਊਟ ਕਰਾਂਗੇ ਕਿਸੇ ਵੀ ਨੰਬਰ ਦਾ, ਜੋ ਵੀ ਨੰਬਰ ਗਿਵਨ ਹਨ ਇੱਥੇ। ਫਿਰ ਉਸ ਤੋਂ ਬਾਅਦ ਤੁਸੀਂ ਪ੍ਰਾਈਮ ਫੈਕਟਰਾਈਜੇਸ਼ਨ ਮੈਥਡ ਦੇ ਰਾਹੀਂ given numbers the square root find out करोगे। so these are the today's topic or sum। तो सब तो पहला ਅਸੀਂ first second sum ਅੱਜ ਦਾ first exercise ਦਾ second sum ਜਿਹੜਾ ਹੈ ਉਹ ਕਰਨ ਜਾ ਰਹੇ ਹਾਂ, ਜੋ ਕਿ ਹੈ from the following numbers find the number which cannot be a perfect square। तो dear students ਇਸ ਦਾ ਆਨਸਰ ਕੀ ਆਏਗਾ, ਅਸੀਂ ਪ੍ਰੀਵੀਅਸ ਵੀਡੀਓ ਲੈਕਚਰ ਦੇ ਵਿੱਚ ਪੜ੍ਹਿਆ ਸੀ ਕਿ ਐਨੀ ਨੰਬਰ, ਜਦੋਂ ਮੈਂ ਤੁਹਾਨੂੰ ਬੇਸਿਕ ਕਰਵਾਏ ਸੀ, ਐਨੀ ਨੰਬਰ ਯਾਨੀ ਕਿ ਕੋਈ ਵੀ ਨੰਬਰ, ਠੀਕ ਹੈ, ਜਿਹੜਾ ਕਿ ਜਿਹਨੂੰ ਅਸੀਂ ਸੰਖਿਆ ਕਹਿੰਦੇ ਆ, ਕੋਈ ਵੀ ਸੰਖਿਆ ਜਿਹੜੀ ਕਿ ਐਂਡ ਕਰਦੀ ਹੈ ਵਿਚ ਐਂਡਸ ਵਿਦ, ਐਂਡਸ ਦਾ ਮਤਲਬ ਹੁੰਦਾ ਹੈ ਕਿ ਜਿਹੜੀ ਕਿ ਜਿਸ ਨੰਬਰ ਦਾ ਵਨਸ ਪਲੇਸ ਤੇ 2 ਹੋਵੇ, 3 ਹੋਵੇ, 7 ਹੋਵੇ ਜਾਂ ਫਿਰ 8 ਹੋਵੇ, ਠੀਕ ਹੈ, ਔਰ ऑड नंबर ऑफ जीरोस होण, ठीक है, ऑड नंबर ऑफ जीरोस होण ਤਾਂ ਪਿਆਰੇ ਵਿਦਿਆਰਥੀਓ ਉਹ ਪਰਫੈਕਟ ਸਕੁਅਰ ਨਹੀਂ ਹੁੰਦਾ, ਠੀਕ ਹੈ। तो ਇਹਦੇ ਵਿੱਚ ਪਹਿਲਾ ਦੇਖੋ ਜਿੱਦਾਂ ਕਿ 100 ਹੈ, ਤਾਂ 100 ਤੁਹਾਨੂੰ ਪਤਾ ਹੀ ਹੈ ਕਿ 100 ਜਿਹੜਾ ਹੈ ਉਹ ਇੱਕ ਪਰਫੈਕਟ ਸਕੁਅਰ ਨੰਬਰ ਹੈ, ਕਿਉਂਕਿ 10 ਦਾ ਸਕੁਅਰ 100 ਹੀ ਹੁੰਦਾ ਹੈ, ਸਾਰੇ ਬੱਚਿਆਂ ਨੂੰ ਪਤਾ ਹੋਏਗਾ, ਠੀਕ ਹੈ। ਇਹਦੇ ਵਿੱਚੋਂ ਹੁਣ 512 ਜਿਹੜਾ ਹੈ, ਦੇਖੋ 512 ਦੇ ਵਿੱਚ ਵਨਸ ਪਲੇਸ ਤੇ ਦੇਖੋ ਇੱਥੇ ਜਿਹੜੀਆਂ 2 0 ਸੀ, ਈਵਨ 0 ਸੀ, ਔਡ 0 ਨਹੀਂ ਹਨ, ਇਸ ਕਰਕੇ ਹੋ ਸਕਦਾ ਹੈ ਅਗਰ ਇਹੀ 10 ਹੁੰਦਾ ਤਾਂ 10 कैन नॉट बी ए परफेक्ट स्क्वायर, ठीक है। सिमिलरली 1000 कैन नॉट बी ए परफेक्ट स्क्वायर क्योंकि ਇਹਦੇ ਵਿੱਚ ऑड नंबर ऑफ जीरोस ਹਨ, ठीक है। तो ਇਦਾਂ 10000 बी ए परफेक्ट स्क्वायर एक परफेक्ट स्क्वायर है, ठीक है। ਇਹਦੀ 512 है, ਇਹਦੇ वंस प्लेस से देखो 2 आ रहा, तो 2 देखो ਅਸੀਂ ਪਹਿਲਾਂ ਹੀ ਕਹਿ ਦਿੱਤਾ, डिफाइन करता कि 2 अगर वंस प्लेस से होएगा तो परफेक्ट स्क्वायर नहीं होएगा, ठीक है। तो ਇਹਦਾ आंसर नहीं आना है क्योंकि ਤੁਹਾਨੂੰ ਕਿਹੜੇ नहीं हो सकते ਉਹੀ ਪੁੱਛਿਆ है, तो ਤੁਸੀਂ ਉਹੀ ਲਿਖਣਾ है। देखो ਹੁਣ 1728 है, तो ਇੱਥੇ 8 आ रहा, तो 8 ਵੀ ਵਾਲਾ ਵੀ ਜਿਹੜਾ ਹੈ ਪਰਫੈਕਟ ਸਕੁਅਰ ਨਹੀਂ ਹੋ ਸਕਦਾ। ਬੱਚੋ 529 ਦੇ ਵਿੱਚ 3 ਆ ਰਿਹਾ ਜੋ ਕਿ ਪਰਫੈਕਟ ਸਕੁਅਰ ਹੋਏਗਾ। ਉਸ ਤੋਂ ਬਾਅਦ ਨੈਕਸਟ 1024 ਹੈ, 1024 ਦੇ ਵਿੱਚ 4 ਆ ਰਿਹਾ ਵਨਸ ਪਲੇਸ ਤੇ, ਇਟ कैन नॉट बी ए परफेक्ट स्क्वायर, ठीक है। ਅੱਗੇ 441 है, तो वंस प्लेस ਤੇ 1 आ रहा तो परफेक्ट स्क्वायर होएगा, ठीक है। 1320 ਜਿਹੜਾ ਹੈਗਾ ਇਹਦੇ ਵਿੱਚ वंस प्लेस ਤੇ 0 आ रही जो कि ऑड है, तो इट कैन नॉट बी ए परफेक्ट स्क्वायर, ठीक है। तो ये दोनों ਤੁਹਾਨੂੰ देखो डिस्टिंग्विश दे रहे हैं कि 0 वाली नंबर कदों परफेक्ट स्क्वायर होणगे। उस तो बाद 3617 3617 ਜਿਹੜਾ ਹੈ ਇਹਦੇ ਵਿੱਚ वंस प्लेस ਤੇ 7 है, तो इट कैन नॉट बी ए परफेक्ट स्क्वायर अगेन, ठीक है। तो ਇਹ ਵੀ परफेक्ट स्क्वायर नहीं होएगा, ओके। सो ਇਹ ਤਾਂ ਬਹੁਤ ਈਜ਼ੀ ਸੀਗਾ, ਪਰ ਇਹਦੇ ਲਈ ਤੁਹਾਨੂੰ ਆ ਕਨਸੈਪਟ ਥੋੜਾ ਪਤਾ ਹੋਵੇ ਬਸ, ਫਿਰ ਤਾਂ ਤੁਸੀਂ ਆਨਸਰ ਵਿੱਚੋਂ ਆਰਾਮ ਨਾਲ ਦੇ ਸਕਦੇ ਹੋ। ਤਾਂ these type of sum can come in the form of MCQs और फिलअप्स, ठीक है, ਉਹਦੇ ਵਿੱਚ ਆ ਸਕਦੇ ਨੇ ਜਿਹਦੇ ਵਿੱਚ ਕਨਸੈਪਟ ਲੱਗ ਗਿਆ। तो ਇੱਥੇ ਕਨਸੈਪਟ ਲੱਗ ਰਿਹਾ ਹੈ, तो ਕਨਸੈਪਟ ਬੇਸ ਸਮ ਜਿਹੜੇ ਆ ਹਮੇਸ਼ਾ MCQ ਦੇ ਰੂਪ ਦੇ ਵਿੱਚ ਜਾਂ ਫਿਰ 1 मार्क ਦੇ ਵਿੱਚ ਸ਼ਾਰਟ ਆਨਸਰ ਟਾਈਪ ਜਿਹੜੇ ਫਿਲਅਪ ਹੋਣਗੇ ਜਾਂ ਕੁਝ ਹੋਏਗਾ ਉਹਦੇ ਵਿੱਚ ਇਹ ਆ ਸਕਦਾ ਹੈ, ਠੀਕ ਹੈ। तो ਅਗਲਾ ਵਿੱਚੋਂ ਨੈਕਸਟ ਸਮ ਸਾਡਾ ਹੈ ਥਰਡ, ओके। तो थर्ड ਇਹਦੇ ਵਿੱਚ ਕੀ ਹੈਗਾ ਕਿ फाइंड द स्क्वायर रूट ऑफ द फॉलोइंग नंबर्स बाय रिपीटेड सबट्रैक्शन। रिपीटेड सबट्रैक्शन ਦਾ ਮਤਲਬ ਹੈ ਬੱਚੋ ਤੁਸੀਂ ਯਾਦ ਰੱਖਣਾ ਹੈ, ਰਿਪੀਟਿਡ सबट्रैक्शन ਦਾ ਮਤਲਬ ਹੁੰਦਾ ਹੈ ਕਿ ਲਗਾਤਾਰ ਘਟਾਓ, ਠੀਕ ਹੈ, ਘਟਾਓ ਵਿਧੀ ਰਾਹੀਂ। ਪੰਜਾਬੀ ਵਿੱਚ ਅਗਰ ਕੋਈ ਬੱਚਾ ਜਿਹੜਾ ਪੰਜਾਬੀ ਮੀਡੀਅਮ ਦੇ ਵਿੱਚ ਕਰ ਰਿਹਾ ਹੈ ਤਾਂ ਉਹਦੇ ਲਈ ਅਸੀਂ ਕੀ ਲਿਖਾਂਗੇ, ਘਟਾਓ ਵਿਧੀ, ਠੀਕ ਹੈ, ओके। तो ਘਟਾਓ ਵਿਧੀ ਦਾ ਮਤਲਬ ਹੁੰਦਾ ਹੈ ਸਬਟ੍ਰੈਕਸ਼ਨ ਮੈਥਡ, ਠੀਕ ਹੈ। तो ਇਹਨੂੰ फाइंड आउट ਕਿੱਦਾਂ ਕਰਨਾ, ਦੇਖੋ ਘਟਾਓ ਵਿਧੀ ਲਈ ਕੀ ਹੈ, ਸਬਟ੍ਰੈਕਸ਼ਨ ਮੈਥਡ ਹੁੰਦਾ ਕੀ ਹੈ ਉਹ ਪਹਿਲਾਂ ਤੇ ਤੁਹਾਨੂੰ ਪਤਾ ਹੋਵੇ, ਸਬਟ੍ਰੈਕਸ਼ਨ ਮੈਥਡ, ਠੀਕ ਹੈ। ਹੁਣ ਬੱਚਿਓ ਤੁਹਾਨੂੰ ਪਹਿਲਾਂ ਇਹਦੇ ਬਾਰੇ
टांक संख्यावां बारे पता होना चाहिए। टांक संख्यावां का मतलब होंदा है ऑड नंबर्स, ठीक है। तो ऑड नंबर्स किहड़े हुंदे ने, देखो 1 3 5 7 9 ये सो ऑन, ये सारे की ने ऑड नंबर। ओके, इनू की कहंदे ने ऑड नंबर कहंदे ने। तो यही ऑड नंबर यूज करते हुए असी स्केयर रूट जिहड़ा है वो फाइंड आउट करना है। जिद्दां कि तुहाडे कोल इत्थे 64 है, ठीक है। 64 दे विचों सब तो पहला तुसी माइनस करोगे बच्चों 1, ठीक है। फर्स्ट जिहड़ा नंबर है जिहड़ा ऑड है वो फाइंड माइनस करोगे तो ये तुहानू 63 मिल गया। हुण जिहड़ा आंसर मिलिया उन्होंने तुसी इत्थे लिख लेना है, उस तो बाद इह चों माइनस करना है 3, ठीक है। 3 माइनस किया तो ये 60 मिल गया, फिर 60 दे विचों अगे माइनस करना है 5 तो तुहानू मिलिया 55, ठीक है। तो ये लिए घटाओ आनी जरूरी है, सबट्रैक्शन आनी चाहिए तुहानू। 55 माइनस 7, 55 ਦੇ ਵਿੱਚੋਂ ਜਦੋਂ ਤੁਸੀਂ -7 ਕਰੋਗੇ ਪਿਆਰੇ ਵਿਦਿਆਰਥੀਓ ਤਾਂ ਤੁਹਾਨੂੰ ਮਿਲੇਗਾ 48, ਠੀਕ ਹੈ। 48 ਦੇ ਵਿੱਚੋਂ ਹੁਣ ਤੁਸੀਂ ਕੀ ਮਾਈਨਸ ਕਰਨਾ ਹੈ 9, 48 ਚੋਂ ਜਦੋਂ -9 ਕੀਤਾ ਤਾਂ ਇਹ 39 ਮਿਲਿਆ, 39 ਮਿਲ ਗਿਆ। ਉਸ ਤੋਂ ਬਾਅਦ 39 ਦੇ ਵਿੱਚੋਂ ਹੁਣ ਅਗਲਾ ऑड ਨੰਬਰ ਕਿਹੜਾ ਹੋਏਗਾ 11, 11 ਮਾਈਨਸ ਕਰਨਾ ਹੈ। ਜਦੋਂ ਤੁਸੀਂ 11 ਮਾਈਨਸ ਕਰੋਗੇ ਤਾਂ ਤੁਹਾਨੂੰ 28 ਮਿਲਣਗੇ। 28 ਦੇ ਵਿੱਚੋਂ ਬੱਚੋ ਹੁਣ ਤੁਸੀਂ 13 ਜਿਹੜਾ ਅਗਲਾ ਸਾਡਾ ऑड ਨੰਬਰ ਹੋਏਗਾ ਉਹ ਮਾਈਨਸ ਕਰਨਾ ਹੈ, ਤੁਹਾਨੂੰ ਮਿਲੇਗਾ 15। ਤੇ ਉਸ ਤੋਂ ਬਾਅਦ ਵਿੱਚੋਂ ਨੈਕਸਟ ਹੈਗਾ 15 ਦੇ ਵਿੱਚੋਂ ਹੁਣ ਅਗਲਾ ऑड ਨੰਬਰ ਕਿਹੜਾ ਹੈ ਉਹ ਹੈਗਾ ਬੱਚੋ 15 ਹੀ, ਠੀਕ ਹੈ। 13 ਤੋਂ ਬਾਅਦ ਅਗਲਾ ਕਿਹੜਾ ਹੋਏਗਾ 15। ਬੜੇ ਧਿਆਨ ਨਾਲ, ਬੜਾ ਹੀ ਸੌਖਾ ਸਮ ਹੈ। तो इत्थे आंसर कितना आया 0। तो उदों तक ऑड नंबर घटाई जाने ने जदों तक तुहाडा आंसर की नहीं आ जाता 0 नहीं आ जाता, ठीक है। तो बड़ा ईजी है, कोई औखा काम नहीं है। हुण तुसीं गिण लेना, गिणना की है 1 बार 2 बार 3 बार 4 बार 5 बार 6 बार 7 बार ते 8 बार। 8 बार इत्थे सबट्रैक्शन हुई है। 8 ਜਿਹੜੇ ऑड नंबर्स ने वो तुसी माइनस कीते ने, ठीक है। 8 बार सबट्रैक्शन हुई है, ठीक है। तो मतलब कि 8th स्टैप ਦੇ ਵਿੱਚ ਅਸੀਂ ਇਹ ਕਵਾਂਗੇ ਕਿ 8ਵੇਂ ਸਟੈਪ ਦੇ ਵਿੱਚ 8th ਸਟੈਪ ਵਿੱਚ ਤੁਹਾਨੂੰ 0 ਮਿਲਿਆ ਹੈ। तो 64 ਦਾ ਸਕੁਅਰ ਰੂਟ ਜਿਹੜਾ ਹੈ ਉਹ ਵਿੱਚੋਂ ਫਿਰ 8 ਆਇਆ। ਜਿੰਨੇ ਸਟੈਪ ਉਹੀ ਉਹਦਾ ਸਕੁਅਰ ਰੂਟ, जिन्ने स्टैप उही ओदा की है स्क्वायर रूट, ठीक है। तो 8 बार पंजाबी तो लिख दूंगे कि 8 बार घटाओ हुई है, ठीक है। इस करके 64 यानी कि 64 का स्क्वायर रूट कितना आया 8 आया, ठीक है। क्लियर। तो अगला हुण 49 है, आओ 49 करते हैं असीं, वो भी हो जाना। देखो ਉਹਦਾ भी कोई इशू नहीं हैगा। 49 फटाफट लिख लो इत्थे 49 तो पहला की 1 माइनस करांगे 48 आएगा। हुण ये तुसीं आप करना है, देखो बिना देखो करो तो ज़्यादा वधिया है। 3 माइनस किया 45 आ गया, 45 चो 5 माइनस किए 40 आ गए। फटाफट है, मतलब कि इन्नी क फास्ट कैलकुलेशन होवे कि तुहानू तुहाडे दिमाग विच वो चीज़ स्टोर हो जाए भी कीता की असीं, ठीक है। तो मतलब टाइम नहीं लगाना उहदे विच, पर करना सही है। ये नहीं कि टाइम घट लगाना ते गलत देना, वो फिर गलत गल हो जाती। तो 24 माइनस 11 13। तो 13 तो बाद देखो फटाफट हो गया ना आंसर। देखो स्टैप गिने 1 2 3 4 5 6 7। तो 49 का वैसे तो सानू पता ही है कि 7 होंदा जी स्क्वायर रूट, वो वैसे ही पता है 7 का स्क्वायर 49 आ ते 49 का स्क्वायर रूट 7 आ। कल भी असीं यही गल कीती सी, ठीक है। तो उस तो बाद नैक्सट हुण अगला सम किहड़ा है वो हुण तुसीं मैनूं लगदा भी कर सकदे हो। 21 का भी आराम नाल हो जाएगा, 100 का भी इदां हो जाएगा, ठीक है। 121 का 11 टाइम आ जाना, ठीक है। 11 टाइम सबट्रैक्शन होएगी, ठीक, क्योंकि 121 का वैसे ही पता है कि 11 का स्क्वायर होंदा है। ते 100 का 10 टाइम सबट्रैक्शन होएगी। करने किहड़े ने ऑड नंबर, ठीक है, याद रखना ऑड नंबर जिहड़े ने वो सबट्रैक्ट करने ने। ओके, सो दिस इज योर सम नंबर 3। इहदे पार्ट जिहड़े ने 7 पार्ट 2 मैं कराते, 2 तुसीं खुद करने हैं। क्लियर, क्लियर टू ऑल। अगला हुण असीं करांगे नैक्सट फाइंड द स्क्वायर रूट ऑफ द फॉलोइंग नंबर्स यूजिंग मैथड ऑफ प्राइम फैक्टराइजेशन। तो वट इज प्राइम नंबर्स, पहला तो प्राइम नंबर बारे पता होना चाहिए। प्राइम नंबर नूं बच्चों पंजाबी दे विच कहंदे ने अभाज संख्यावां, ठीक है। प्राइम नंबर्स ये पता होवे तुहानूं। प्राइम नंबर्स की होंदियां ने पंजाबी दे विच कहंदे ने अभाज संख्यावां। हाँ जी, अभाज संख्यावां। अभाज का मतलब हुंदा जिहड़ियां किसी दे नाल किसी दे टेबल दे विच नहीं आंदियां, जां कह लो किसी नाल डिविजिबल नहीं होंदियां, ठीक है। सिर्फ अपने आप दे नाल डिविजिबल आ जां फिर 1 दे नाल डिविजिबल आ, ठीक है। लगा पता 1 दे नाल डिविजिबल असीं यही कहांगे अभाज संख्यावां वो हुंदियां ने जिहड़ियां कि सिर्फ
ਆਪਣੇ ਆਪ ਨਾਲ ਡਿਵੀਜ਼ੀਬਲ ਆ ਜਾਂ ਫਿਰ ਕਿਹਦੇ ਨਾਲ ਡਿਵੀਜ਼ੀਬਲ ਹੋ ਸਕਦੀ ਆ 1 ਦੇ ਨਾਲ ਠੀਕ ਹੈ। ਤੋ ਇਹ ਚ ਐਗਜ਼ਾਮਪਲ तो 1 ਨੂੰ ਛੱਡ ਕੇ 1 ਜਿਹੜਾ ਹੈ ਇਹ ਨਾ ਹੈ ਤਾਂ ਬੱਚੋ ਪ੍ਰਾਈਮ ਨੰਬਰ ਹੈ ਨਾ ਕੰਪੋजिट ਨੰਬਰ ਹੈ। 1 ਨੂੰ ਤਾਂ यूनिक ਮੰਨਣਾ ਹੈ ना ठीक है, यूनिक ਨੰਬਰ ਹੁੰਦਾ ਹੈ। ਉਸ ਤੋਂ ਬਾਅਦ ਅਗਲਾ ਕਿਹੜਾ ਹੈ 2 ठीक है, 2 ਤੋਂ ਬਾਅਦ ਅਗਲਾ ਨੰਬਰ ਜਿਹੜਾ ਡਿਵੀਜ਼ੀਬਲ ਨਹੀਂ ਹੁੰਦਾ ਕਿਸੇ ਨਾਲ 3 ਆ ਜਾਣਾ ठीक है। ਜਿਹੜਾ 2 ਹੈ ਇਹ ਸਿਰਫ ਇੱਕੋ ਇੱਕ ਈਵਨ ਪ੍ਰਾਈਮ ਨੰਬਰ ਹੈ। ਉਸ ਤੋਂ ਬਾਅਦ ਅਗਲਾ 3 ਤੋਂ ਬਾਅਦ ਬੱਚੋ 4 ਤੁਹਾਨੂੰ ਪਤਾ 2 ਦੇ ਟੇਬਲ 'ਚ ਆਉਂਦਾ ਹੈ ਤੇ 5 ਵੀ ਇਹਦੇ ਵਿੱਚ ਹੀ ਆ ਜਾਏਗਾ ਠੀਕ ਹੈ। ਇਦਾਂ ਅੱਗੇ 7 6 ਜਿਹੜਾ ਨਹੀਂ ਹੋਏਗਾ 9 11 ਆ ਜਾਏਗਾ ਠੀਕ ਹੈ। तो ਅੱਗੇ 12 ਵੀ 2 ਦੇ ਟੇਬਲ 'ਚ ਆਉਂਦਾ 13 ਸਿਰਫ 1 ਦੇ ਟੇਬਲ 'ਚ ਜਾਂ 1 ਨਾਲ ਡਿਵਾਈਡ ਹੁੰਦਾ ਜਾਂ 13 ਨਾਲ ਡਿਵਾਈਡ ਹੁੰਦਾ। तो ਇਦਾਂ ਸੋ ਔਨ ਤੁਸੀਂ ਪ੍ਰਾਈਮ ਨੰਬਰ ਜਿਹੜੇ ਆ ਉਹ ਫਾਈਂਡ ਆਊਟ ਕਰ ਸਕਦੇ ਹੋ ਠੀਕ ਹੈ। तो ਪ੍ਰਾਈਮ ਫੈਕਟਰਾਈਜੇਸ਼ਨ ਕੀ ਆ, ਫੈਕਟਰਸ ਕੀ ਹੁੰਦੇ ਨੇ, ਫੈਕਟਰਸ ਨੂੰ ਅਸੀਂ ਪੰਜਾਬੀ ਦੇ ਵਿੱਚ ਕਹਿੰਦੇ ਆ ਬੱਚੋ ਗੁਣਨਖੰਡ ਠੀਕ ਹੈ, ਗੁਣਨਖੰਡ ਓਕੇ, ਗੁਣਨਖੰਡ ਠੀਕ ਹੈ ਫੈਕਟਰਸ। तो ਗੁਣਨਖੰਡ ਸਾਰੇ ਆਈ ਥਿੰਕ ਬੱਚਿਆਂ ਨੂੰ ਬਣਾਉਣੇ ਆਉਂਦੇ ਹੋਣਗੇ ਤੇ ਉਹਦੇ ਬੇਸਿਸ ਤੇ ਅਸੀਂ ਹੁਣ ਇਹ ਸਮ ਜਿਹੜਾ ਹੈ ਕਰਨ ਜਾ ਰਹੇ ਹਾਂ। तो सब तो पहला 3600 ਦਾ ਸਕੁਅਰ ਰੂਟ ਅਸੀਂ फाइंड आउट ਕਰਾਂਗੇ ठीक है। तो 3600 ਜਿਹੜਾ ਹੈ ਉਹਨੂੰ ਤੁਸੀਂ ਇਸ ਤਰ੍ਹਾਂ ਲਿਖ ਲੈਣਾ ਹੈ ਓਕੇ। ਜਦੋਂ ਤੁਸੀਂ ਇਸ ਤਰ੍ਹਾਂ ਲਿਖ ਲਿਆ तो ਸਭ ਤੋਂ ਪਹਿਲਾਂ ਤੁਸੀਂ ਇਹ ਦੇਖਣਾ ਇਹਦੇ ਲਈ ਬੱਚੋ ਤੁਹਾਨੂੰ ਡਿਵੀਜ਼ਿਬਿਲਟੀ ਰੂਲ ਆਉਣੇ ਚਾਹੀਦੇ ਨੇ। ਪਹਿਲੀ ਗੱਲ ਇਹ ਆ ਡਿਵੀਜ਼ਿਬਿਲਟੀ ਰੂਲ ਨਹੀਂ ਆਉਂਦੇ ਤਾਂ ਇਹ ਸਮ ਨਹੀਂ ਹੋਣੇ। ਡਿਵੀਜ਼ਿਬਿਲਟੀ ਰੂਲ ਜਿਹੜੇ ਨੇ ਜਿੱਦਾਂ ਕਿ 2 ਕਿਹਦੇ ਨਾਲ ਡਿਵੀਜ਼ੀਬਲ ਹੋ ਸਕਦਾ, ਕਿਹੜੇ ਨੰਬਰ ਨਾਲ ਡਿਵੀਜ਼ੀਬਲ ਹੁੰਦਾ ਹੈ, ਜਦੋਂ ਉਸ ਨੰਬਰ ਕੀ ਹੋਵੇ ਈਵਨ ਠੀਕ ਹੈ। ਉਸ ਤੋਂ ਬਾਅਦ 3 ਨਾਲ ਕਿਹੜਾ ਡਿਵੀਜ਼ੀਬਲ ਹੁੰਦਾ ਹੈ ਕਿ ਜਿਹੜੇ ਨੰਬਰ ਦੇ ਵਿੱਚ ਡਿਜਿਟਸ ਹਨ ਉਹਨਾਂ ਡਿਜਿਟਸ ਨੂੰ ਆਪਾਂ ਕੀ ਕਰਨਾ ਹੈ ਐਡ ਕਰ ਲੈਣਾ ਹੈ, ਐਡ ਕਰਕੇ ਦੇਖਣਾ ਉਹ 3 ਦੇ ਟੇਬਲ 'ਚ ਆਉਂਦਾ ਕਿ ਨਹੀਂ ਆਉਂਦਾ ਠੀਕ ਹੈ। ਫਿਰ ਉਸ ਤੋਂ ਬਾਅਦ ਮੇਨ ਮੈਂ ਦੱਸ ਰਿਹਾ ਕੋਈ ਵੀ ਨੰਬਰ ਨੂੰ 5 ਨਾਲ ਡਿਵੀਜ਼ੀਬਿਲਟੀ ਕਿੱਦਾਂ ਹੁੰਦੀ ਹੈ ਚੈੱਕ, ਜਾਂ ਤਾਂ ਉਸ ਨੰਬਰ ਦੇ ਵਿੱਚ ਔਡ ਜਿਹੜੀ ਪਲੇਸ ਔਡ ਕਹਤਾ ਇੱਥੇ ਤੁਸੀਂ ਕਹਿ ਲਓ ਵਨਸ ਪਲੇਸ ਠੀਕ ਹੈ, ਵਨਸ ਪਲੇਸ ਦੇ ਉੱਪਰ 0 ਹੋਵੇ ਜਾਂ ਫਿਰ 5 ਹੋਵੇ ਉਹ 5 ਨਾਲ ਡਿਵੀਜ਼ੀਬਲ ਹੁੰਦਾ ਠੀਕ ਹੈ। ਇਦਾਂ ਅਲੱਗ-ਅਲੱਗ ਡਿਵੀਜ਼ੀਬਿਲਟੀ ਰੂਲ ਹਨ ਉਹ ਤੁਹਾਨੂੰ ਪਤਾ ਹੋਣ, ਜੇ ਉਹ ਪਤਾ ਹੈ ਤਾਂ ਫਿਰ ਇਹ ਸਮ ਆਰਾਮ ਨਾਲ ਹੋ ਜਾਂਦੇ ਨੇ ਠੀਕ ਹੈ ਓਕੇ ਕਲੀਅਰ। ਇਹ ਚੀਜ਼ਾਂ ਪਤਾ ਹੋਣੀਆਂ ਚਾਹੀਦੀਆਂ ਨੇ ਤੁਹਾਨੂੰ, ਇਸ ਤੋਂ ਬਿਨਾਂ ਨਹੀਂ ਹੋਣਾ ਹੈ। divisibility rule is must for prime factorization। तो फटाफट अगर करना है उदा तो खोई जाना, देखो 3600 है तो 3600 ਨੂੰ ਤੁਸੀਂ ਸਭ ਤੋਂ ਪਹਿਲਾਂ ਤੇ 2 ਨਾਲ ਹੀ ਡਿਵੀਜ਼ੀਬਲ ਹੋਏਗਾ ਕਿਉਂਕਿ ਇਹ ਇੱਕ ਈਵਨ ਨੰਬਰ ਹੈ। तो 2 ਨਾਲ ਭਾਜਯੋਗ ਹੈ, 2 ਨਾਲ ਡਿਵੀਜ਼ੀਬਲ ਹੈ ਬਿਲਕੁਲ ਹੈਗਾ। तो 18 दूना 36 ਹੁੰਦੇ ਨੇ, 2 0 ਨਾਲ ਆ ਜਾਣੀਆਂ ਠੀਕ ਹੈ। ਉਸ ਤੋਂ ਬਾਅਦ 9 दूनी 18 ਹੁੰਦੇ ਨੇ, 900 ਆ ਗਿਆ ਠੀਕ ਹੈ। देखो करन का तरीका देखो 450 है, ये भी हले भी 2 ਨਾਲ डिविजिबल है, फिर 0 आ रहा फिर 2 ਨਾਲ डिविजिबल है 2 into 2 4 2 into 2 फिर इतने 4 आ गया तो 5 2 10 आ जाना तो 225 आ गया। उस तो बाद नैक्सट हूँ देखो 5 आ गया तो 5 का डिविजिबिलिटी रूल 5 वंस प्लेस से 5 होना चाहिए था, मतलब ये 5 ते जाएगा हूँ ठीक है। अगर 5 ते जाएगा तो 5 ते 225 ਜਿਹੜਾ है वो 5 ते भी जा सकता। ਸੈਕੰਡਲੀ तो मिनिमम जे तुसीं 3 ਨਾਲ देखना है तो 3 ਨਾਲ डिविजिबिलिटी है कि नहीं है वो भी देख सकते हो। तो 2 + 2 ਸਾਰਿਆਂ ਨੂੰ ऐड कर दो, 2 + 2 कितना हो गया 4 4 + 5 कितना हो गया 9। तो 9 3 ਦੇ ਟੇਬਲ 'ਚ ਆਉਂਦਾ ਇਹਦਾ मतलब ਇਹ 3 ਨਾਲ भी डिविजिबल है। 18 6 ਤੀ 18 ठीक है, 6 ਤੀ 7 ਤੀ 21 एक मिनट 7 ਤੀ 21 आ जाना, 5 ਤੀ 15 ठीक है। तो 3 ਤੇ डिविजिबल है। उस तो बाद नैक्सट 25 ਤੀ 75 ठीक है। उस तो बाद नैक्सट 5 into 5 लॉ हो गया। ਹੁਣ ਇਹਦੇ ਵਿੱਚ ਕੀ ਕਰਨਾ, ਹੁਣ ਤੁਸੀਂ ਇੱਥੇ ਹੀ ਇਹਦੇ ਪੇਅਰ ਬਣਾ ਲੈਣੇ ਆ ਦੇਖੋ ਕਿਉਂਕਿ ਇਹ ਜੋੜੇ ਬਣਾਉਣੇ ਹੁੰਦੇ ਇੱਥੇ ਜੀ ਜੋੜੇ ਬਣਾਉਣੇ ਇਦਾਂ ਸੇਮ ਨੰਬਰਾਂ ਦੇ ਜੋੜੇ ਬਣਨੇ ਚਾਹੀਦੇ ਆ ਦੇਖੋ ਜੋੜੇ ਬਣਦੇ ਪਏ ਆ ਠੀਕ ਹੈ। ਤਾਂ ਤੁਸੀਂ ਕੀ ਲਿਖਣਾ, ਤੁਹਾਨੂੰ ਪਤਾ ਕਿ 3600 ਜਿਹੜਾ ਹੈ ਉਹ ਕਿਹਦੇ ਬਰਾਬਰ ਆਇਆ, ਕਿੰਨੀ ਵਾਰ 2 ਆ ਰਿਹਾ ਦੇਖੋ 1 2 3 4 ਠੀਕ ਹੈ 1 2 3 4 3 ਕਿੰਨੀ ਵਾਰ ਆ ਰਿਹਾ 2 ਵਾਰ ਤੇ 5 ਕਿੰਨੀ ਵਾਰ ਆ ਰਿਹਾ 2 ਵਾਰ ਠੀਕ ਹੈ। ਹੁਣ ਇਹਦਾ ਕੀ ਕਰਨਾ, ਤੁਸੀਂ ਇੱਥੇ ਸਕੁਅਰ ਰੂਟ ਸਿੰਬਲ ਪਾ ਲੈਣਾ, ਇੱਧਰ ਵੀ ਪਾਉਣਾ ਹੈ ਔਰ ਇਸ ਸਾਈਡ ਵੀ ਪਾਉਣਾ ਹੈ, याद रखना। तो ਇਹਦੇ ਵਿੱਚੋਂ ਹੁਣ ਆ ਪੇਅਰ ਇੱਕ ਆ ਪੇਅਰ ਬਣ ਗਿਆ, ਇੱਕ ਇਹ ਪੇਅਰ ਬਣ ਗਿਆ, ਜੋੜੇ ਜਿਹਨੂੰ ਕਹਿੰਦੇ ਆਪਾਂ ਠੀਕ ਹੈ। ਇਹ ਬਣ ਗਏ, ਇੱਥੋਂ 2 ਨੀਚੇ ਆ ਜਾਣਾ ਇੱਕ ਵਾਰ, ਆ ਦੋਵਾਂ ਦੇ ਵਿੱਚੋਂ ਆ ਗੁਣਾ ਦਾ ਮਲਟੀਪਲਾਈ ਦਾ ਨਿਸ਼ਾਨ ਇੱਦਾਂ ਆ ਜਾਣਾ, 2 ਇੱਥੋਂ ਆ ਗਿਆ 3 into 5 ठीक है। ਇਹਨਾਂ ਸਾਰਿਆਂ ਨੂੰ ਮਲਟੀਪਲਾਈ ਕਰ ਦਿਓ, ਇਹ 3600 ਦਾ ਸਕੁਅਰ ਰੂਟ ਹੈ ठीक है। तो ਸਾਰਿਆਂ ਨੂੰ ਅਗਰ ਤੁਸੀਂ ਮਲਟੀਪਲਾਈ ਕਰੋਗੇ
ਤਾਂ ਇਹ ਬੱਚੋ 5 ਦੀ 15 15 ਚੌਕੇ ਕਿੰਨੇ ਹੋ ਗਏ 60 60 ਆ ਗਿਆ 60 ਜਿਹੜਾ ਹੈ ਉਹ ਸਕੁਅਰ ਰੂਟ ਹੋਏਗਾ ਇਸ ਤਰ੍ਹਾਂ ਕਰਨਾ है समझ आई गल कि नहीं ठीक है तो प्राइम फैक्टराइजेशन जी है मैथड इनू प्राइम फैक्टराइजेशन मैथड कहते हैं अगला सम जिहड़ा है अगला देखते हैं आपां हुण की है साडा सम नैक्सट हैगा 676 का स्क्वायर रूट फाइंड आउट करना 676 ठीक है फाइंड दी स्क्वायर रूट ऑफ दिस नंबर तो स्क्वायर रूट का मतलब वर्गमूल ठीक है तो सब तो पहला 2 नाल डिविजिबल है 3 3 2 जार 6 उस तो बाद इत्थे 3 दूनी 6 8 दूनी 16 ठीक है उस तो बाद नैक्सट 16 दूना 32 9 दूनी 18 ठीक है अगे तो फिर सीधा ही है देखो हुण आ तुहानूं टेबल तां ही तुहानूं पहला मैं यही गल कही सी कि तुहानूं स्क्वेयर आने चाहिए हुण 169 किहदा स्क्वेयर है 13 का 13 दे सीधा चला गया ओके ਇਹਦਾ मतलब ਤੁਹਾਨੂੰ ਇਹ ਜਿਹੜੇ ਸਕੁਅਰ ਆ ਸਕੁਅਰ ਵੀ ਪਤਾ ਹੋਣੇ ਚਾਹੀਦੇ ਆ ਜੇ ਸਕੁਅਰ ਨਹੀਂ ਪਤਾ ਤੇ ਫਿਰ ਮੁਸ਼ਕਲ ਹੋ ਜਾਣੀ ਤੁਹਾਡੇ ਲਈ ਤਾਂ ਹੀ ਤੁਹਾਨੂੰ ਪਹਿਲਾਂ ਇਹ ਰੱਟੇ ਲਗਵਾਏ ਨੇ ਉਹਨੂੰ ਚੰਗੀ ਤਰ੍ਹਾਂ ਤੁਸੀਂ ਸਾਰੇ ਬੱਚਿਆਂ ਨੇ ਰੱਟੇ ਲਗਵਾ ਲੈਣੇ ਮੈਂ ਪਹਿਲਾਂ ਵੀ ਪਹਿਲੀ ਵੀਡੀਓ ਲੈਕਚਰ ਦੇ ਵਿੱਚ ਵੀ ਇਹੀ ਗੱਲ ਕਹੀ ਸੀ ਹੁਣ ਵੀ ਇਹੀ ਕਹਿ ਰਿਹਾ ਠੀਕ ਹੈ तो ਇਹ ਚੋਂ ਦੋ ਦੇ ਵਿੱਚੋਂ ਇੱਕ ਕਾਮਨ ਆ ਗਿਆ 2 ਠੀਕ ਹੈ ਕਾਮਨ ਨਹੀਂ ਹੁੰਦਾ ਐਕਚੁਅਲ ਦੇ ਵਿੱਚ ਮੈਂ ਤੁਹਾਨੂੰ ਕਨਸੈਪਟ ਦੱਸਦਾ ਇਹ 2 into 2 ਆ ਨਾ ਠੀਕ ਹੈ ਮੰਨ ਲਓ 2 into 2 ਆ तो ਇਹਦੇ ਸਕੁਅਰ ਰੂਟ ਦਾ ਮਤਲਬ ਕੀ ਹੈ ਇਹਦੇ ਸਕੁਅਰ ਰੂਟ ਦਾ ਮਤਲਬ ਹੈ ਇਹਦੀ ਪਾਵਰ ਜਿਹੜੀ ਹੈ ਉਹ ਕਿੰਨੀ ਆ ਗਈ 1/2 ਠੀਕ ਹੈ ਦੱਸਿਆ ਹੋਇਆ ਤੁਹਾਨੂੰ ਤੇ ਆ ਦੋ ਵਾਰ ਆ ਠੀਕ ਹੈ ਦੋ ਵਾਰ ਹੋਣ ਕਰਕੇ ਇਹਦੀ ਪਾਵਰ 2 ਦੀ ਕਿੰਨੀ ਆਊਗੀ 2 ਆ ਜਾਣੀ ਓਕੇ ਤੇ ਨਾਲ ਉੱਪਰ ਕਿੰਨੀ ਪਾਵਰ ਆ 1/2 ਹੁਣ ਇਹ 1/2 ਕੱਟ ਗਿਆ ਇਕੱਲਾ ਕਿੰਨਾ ਰਹਿ ਗਿਆ 2 ਬੇਸਿਕ ਕਨਸੈਪਟ ਇਹ ਆ ठीक है स्क्वायर रूट फाइंड आउट करने का बेसिक कंसैप्ट ये वो चलो मैं तुहानूं डायरैक्ट दसदा कि इन्हां दोनों दे विचों आपां एक की है कॉमन कर लिया कॉमन नहीं हुंदा दोनों दे पेयर चों एक बाहर आ गया क्योंकि जो स्क्वायर रूट चों बाहर आना पेयर दा एक बन जाना इत्थे देखो स्क्वायर रूट चों बाहर आया वही 2 जिहड़ा हैगा एक रह गया जो स्क्वायर आ जे इहनूं अंदर लैके जाना मान लो स्क्वायर रूट की फॉर्म च लिखना वो इदां लिखना 2 की पावर 2 ओहदी पावर अगे 1/2 ठीक है यानी कि 2 रेज़ टू पावर स्क्वायर रूट ठीक है यानी कि 1/2 तो वो 2 into 2 रेज़ टू पावर 1/2 यानी कि स्क्वायर रूट बन गया तो इस तरह होना है 13 दूना 26 26 का आंसर आ गया बच्चों ठीक है ये आंसर है इसका स्क्वायर रूट बन गया ओके इस तरह असी प्राइम फैक्टराइजेशन नाल सारे सम करने हैं ये हुण सारे तुसी करने हैं मैं सिर्फ आ वाले हुण तुहानूं आइडिया देने लगा भी किहदा की आंसर है बाकी सारा काम तुहाडा है ठीक है ये वाला सम देखो हुण मैं सैकेंड कराता नैक्सट सम है ਇਹਦਾ ਜਦੋਂ ਤੁਸੀਂ ਸਕੁਅਰ रूट फाइंड करोगे प्राइम फैक्टराइजेशन मैथड ਦੇ ਨਾਲ ਤਾਂ ਬੱਚੋ ਇਹ 96 ਆਏਗਾ ठीक है कितना आएगा 96 उस तो बाद ਇਹਦਾ प्राइम फैक्टराइजेशन ਨਾਲ ही ਜਿਹੜਾ ਸਕੁਅਰ रूट फाइंड आउट करोगे वो 54 आएगा ठीक उस तो बाद नैक्सट 64 ਇਹਦਾ ਸਿੱਧਾ ਹੀ 8 ਵਾੜਾ 64 आ गया दो जीरो ਦੇ ਵਿੱਚੋਂ एक जीरो आ गई तो ਇਹਦਾ 80 आंसर आ जाना ठीक है 1764 ਦਾ ਸਕੁਅਰ रूट फाइंड आउट करोगे तो ਇਹਦਾ आंसर आएगा 42 ठीक है कितना 42 उस तो बाद नेक्स्ट है नेक्स्ट भी बहुत ईजी है देखो इथों 11 121 ओके तो एक दो जीरोआं ने 100 का स्केयर कितना हुंदा 10 ठीक है तो एक जीरो ओदी आ गई तो 110 इसदा आंसर आ गया 1024 जिहड़ा है इहदा स्केयर रूट जिहड़ा हैगा वो बच्चों 32 आएगा ठीक है कितना आएगा 32 तो ये सीगा बच्चों अज दे सम इन्हां नूं हुण करो आ रिवाइज करो ठीक है बाकी बुक दे विच जो भी एक्सरसाइज दे नाल एग्जाम्पल्स ने वो भी असीं डिस्कस करनियां ने ठीक है वो भी तुसीं करनियां ने थैंक यू वेरी मच इनू रिवाइज कर लेना मैं आंसर दसते प्राइम फैक्टराइजेशन आई थिंक सारे बच्चों नूं क्लीयर होएगा दो सम मैं करवा दिते बाकी सम तुसीं खुद कर सकते हो ठीक है जी तो इनू सारे बच्चों ने हुण कर लेना है कोई इशू नहीं है इहदे विच थैंक यू